योग सतगुरां दी साजी निवाजी गुरु रूप प्यारी गुरु सवारी साध संगत जी, आप सारियां संगतां साहिब श्री गुरु ग्रंथ साहिब जी महाराज जियां दे चरना कमलों विखे आपो अपनियां हाजरियां पर करके जन्म दे कुछ पल कुछ घड़ियां सफले करन दे यतन करते हैं। साहिब श्री गुरु गोबिंद सिंह जी महाराज जिन्हां नूं कवियां ने बड़ी अपने कलम दे नाल बड़े नाम दिते ने। अल्लाह योगी खां कहंदे ने कि जद मेरी ये कलम चलती है तो कलम दे विच मैं लिखदा हाँ गुरु गोबिंद सिंह जी महाराज वर्गा कलम दा धनी कोई नहीं होया। पाउंटा साहिब ते अस्थान ते गुरु साहिब जी महाराज जियां ने बैठ के 10वां ग्रंथ की बाणी उचारण की है। अनेकां गुरबाणियां की रचना गुरु साहिब जी महाराज जियां ने की है। तो लिखारी लिखते ने कि कलम दे तनी गुरु गोबिंद सिंह महाराज वर्गा होर जग दे विच कोई नहीं है। गरीबां वास्ते लंगर लाउणा तो इन्हां वर्गा अमीर कोई नहीं। दानी बड़े होए पर किसी ने कोई वस्तु दान की है, किसी ने कोई वस्तु दान की है। गुरु गोबिंद सिंह जी महाराज वांग अपना माँ बाप अपना साहिबजादे सारे का सारा सरबंस किसी ने दान कुर्बान अज तक नहीं किया। गुरु गोबिंद सिंह जी महाराज ने जिहड़ी ये तलवार चुकी है गंगा के तट तो ये तलवार किसी दे नाल वैर विरोध कारण करके गुरु साहिब जी महाराज ने नहीं चुकी सी। ना ही जिन्हें घोड़ सवार हथियार गुरु साहिब जी महाराज रखते सन ये किसी नूं डराउण धमकाउण वास्ते रखे नहीं जाते सन। गुरु गोबिंद सिंह जी महाराज ने यह तलवार चुकी सी कि जद कोई विचारधारा दे नाल ना समझ आवे ना कोई समझे तो उस तो बाद इसनों तलवार दे नाल समझाउणा ही जायज़ है। क्योंकि उन्हां समयां दे विच जो इस देश दे हालात सन सारे देश दे हालात बड़े भयानक हो चुके सन। धर्म नाम की कोई गल नहीं रह गई सी। धर्म के नाम ते वड्डे वड्डे धर्मां नूं लुट्टण वाले लुटेरे बड़े बैठे सन। तो गुरु गोबिंद सिंह महाराज ने तलवार चुकी क्योंकि एक छुरा डॉक्टर कोल हुंदा है, एक छुरा कातल कोल हुंदा है। जिहड़ा कातल कोल छुरा है
ਉਹ ਕਾਤਲ ਦੇ ਕੋਲ ਵੀ ਉਹੀ ਛੁਰਾ ਹੈ ਜਿਹੜਾ ਮਨੁੱਖ ਦੇ ਸਰੀਰ ਨੂੰ ਕੱਟ ਸੁੱਟਦਾ ਹੈ। ਡਾਕਟਰ ਦੇ ਕੋਲ ਵੀ ਇੱਕ ਛੁਰਾ ਹੈ ਜਿਹੜਾ ਕਿ ਮਨੁੱਖ ਦੇ ਸਰੀਰ ਨੂੰ ਉਹਦੇ ਵਿੱਚੋਂ ਰਾਧ ਨੂੰ ਰੋਗ ਨੂੰ ਕੱਟਦਾ ਹੈ। ਛੁਰਾ ਤੇ ਦੋਨੇ ਹੀ ਚਲਾ ਰਹੇ ਨੇ, ਕਾਤਲ ਵੀ ਚਲਾ ਰਿਹਾ ਹੈ, ਡਾਕਟਰ ਵੈਦ ਹਕੀਮ ਵੀ ਚਲਾ ਰਹੇ ਨੇ। ਜਿਸ ਤਰ੍ਹਾਂ ਡਾਕਟਰ ਨੇ ਕੋਈ ਰੋਗ ਕੱਟਣਾ ਹੈ, ਉਸ ਨੂੰ ਪਹਿਲਾਂ ਦਵਾਈ ਬੂਟੀ ਦੇ ਨਾਲ ਕੁਝ ਸਮਾਂ ਇਲਾਜ ਕਰਦੇ ਨੇ। ਜਦ ਦਵਾਈ ਬੂਟੀ ਦੇ ਨਾਲ ਇਲਾਜ ਨਹੀਂ ਹੁੰਦਾ ਤਾਂ ਡਾਕਟਰ ਦੇ ਕੋਲ ਲਾਸਟ ਹਥਿਆਰ ਰਹਿ ਜਾਂਦਾ ਹੈ ਕਿ ਹੁਣ ਇਹ ਰੋਗ ਆਪਰੇਸ਼ਨ ਕਰਕੇ ਹੀ ਬਾਹਰ ਕੱਢਣਾ ਪਵੇਗਾ, ਵਰਨਾ ਇਹ ਰੋਗ ਠੀਕ ਨਹੀਂ ਹੋਵੇਗਾ। ਸਾਰੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਇੱਕ ਡਾਕਟਰ ਮਨੁੱਖ ਦੇ ਹੱਥ ਨੂੰ ਵੱਢ ਕੇ ਵੀ ਪਾਸੇ ਸੁੱਟ ਦਿੰਦਾ ਹੈ, ਪੈਰ ਨੂੰ ਵੱਢ ਕੇ ਵੀ ਪਾਸੇ ਸੁੱਟ ਦਿੰਦਾ ਹੈ। ਸਰੀਰ ਦਾ ਕੋਈ ਵੀ ਅੰਗ ਕੱਟਣਾ ਪਵੇ, ਡਾਕਟਰ ਦੂਸਰੇ ਅੰਗਾਂ ਨੂੰ ਬਚਾਉਣ ਵਾਸਤੇ ਇੱਕ ਅੰਗ ਨੂੰ ਕੱਟ ਦਿੰਦਾ ਹੈ ਕਿ ਬਾਕੀ ਦਾ ਜੀਵਨ ਹੈ ਜਿਹੜਾ, ਬਾਕੀ ਦਾ ਜਿਹੜਾ ਸਰੀਰ ਹੈ ਉਹ ਬਚਿਆ ਰਹੇ। ਇੱਕ ਦੇ ਕੋਲ ਛੁਰਾ ਹੈ, ਕਾਤਲ ਦੇ ਕੋਲ। ਕਾਤਲ ਮਨੁੱਖ ਨੂੰ ਛੁਰਾ ਮਾਰ ਕੇ ਖਤਮ ਕਰ ਦਿੰਦਾ ਹੈ। ਤੋ ਜਿਹੜਾ ਕਾਤਲ ਦੇ ਕੋਲ ਛੁਰਾ ਹੈ, ਡਾਕਟਰ ਦੇ ਕੋਲ ਛੁਰਾ ਹੈ, ਇੱਕੋ ਹੀ ਜੈਸੇ ਹਨ, ਪਰ ਇਹਨਾਂ ਦੇ ਇਰਾਦਿਆਂ ਦੇ ਵਿੱਚ ਬਹੁਤ ਫਰਕ ਹੈ। ਕਾਤਲ ਛੁਰਾ ਮਾਰਦਾ ਮਨੁੱਖ ਨੂੰ ਖਤਮ ਕਰਨ ਵਾਸਤੇ, ਡਾਕਟਰ ਮਨੁੱਖ ਦੇ ਛੁਰਾ ਮਾਰਦਾ ਹੈ ਮਨੁੱਖ ਦੀ ਜ਼ਿੰਦਗੀ ਬਚਾਉਣ ਵਾਸਤੇ। ਡਾਕਟਰ ਨੇ ਕੋਈ ਆਪਰੇਸ਼ਨ ਕੀਤਾ ਹੈ ਮਨੁੱਖ ਦੀ ਜ਼ਿੰਦਗੀ ਬਚਾਉਣ ਵਾਸਤੇ, ਪਰ ਉਹ ਮਨੁੱਖ ਨਹੀਂ ਬਚਿਆ ਤੇ ਡਾਕਟਰ ਦੇ ਉੱਪਰ ਕੋਈ ਮੁਕੱਦਮੇ ਦਰਜ ਨਹੀਂ ਹੁੰਦੇ। ਕਾਤਲ ਨੇ ਕਿਸੇ ਨੂੰ ਕਤਲ ਕਰਨ ਵਾਸਤੇ ਛੁਰਾ ਮਾਰਿਆ ਹੈ, ਜੇ ਮਨੁੱਖ ਨਾ ਵੀ ਖਤਮ ਹੋਵੇ ਫਿਰ ਵੀ ਕਾਤਲ ਦੇ ਉੱਪਰ ਜਿਹੜਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ। ਕਾਤਲ ਦਾ ਇਰਾਦਾ ਸੀ ਕਤਲ ਕਰਨ ਦਾ, ਪਰ ਕਤਲ ਨਹੀਂ ਹੋਇਆ, ਮੁਕੱਦਮਾ ਫਿਰ ਵੀ ਦਰਜ ਹੋ ਗਿਆ। ਡਾਕਟਰ ਦਾ ਇਰਾਦਾ ਸੀ ਮਨੁੱਖ ਦੀ ਜ਼ਿੰਦਗੀ ਬਚਾਉਣ ਦਾ, ਮਨੁੱਖ ਨਹੀਂ ਬਚਿਆ, ਮਨੁੱਖ ਅਕਾਲ ਚਲਾਣਾ ਕਰ ਗਿਆ ਹੈ, ਡਾਕਟਰ ਦੇ ਉੱਪਰ ਫਿਰ ਵੀ ਮੁਕੱਦਮਾ ਦਰਜ ਨਹੀਂ ਹੁੰਦਾ। ਦੋਨਾਂ ਦੇ ਕੋਲ ਛੁਰੇ ਨੇ। ਕਮਾਲ ਦੀ ਗੱਲ ਹੈ ਕਿ ਇੱਕ ਨੂੰ ਜੇਲ੍ਹ ਖਾਨੇ ਦੇ ਵਿੱਚ ਸੁੱਟਿਆ ਜਾਂਦਾ ਹੈ, ਇੱਕ ਦੇ ਉੱਪਰ ਮੁਕੱਦਮਾ ਦਰਜ ਨਹੀਂ ਹੁੰਦਾ। ਤੋ ਇਸ ਦਾ ਕਾਰਨ ਕੇਵਲ ਤੇ ਕੇਵਲ ਇਰਾਦਾ ਹੈ ਕਿ ਮਨੁੱਖ ਦਾ ਇਰਾਦਾ ਕੀ ਹੈ, ਮਨੁੱਖ ਦੀ ਵਿਚਾਰਧਾਰਾ ਕੀ ਹੈ ਕਿ ਮਨੁੱਖ ਕਿਸੇ ਨੂੰ ਬਚਾਉਣਾ ਚਾਹੁੰਦਾ ਹੈ ਜਾਂ ਮਾਰਨਾ ਚਾਹੁੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਸਿੱਖੀ ਸਿੱਖਿਆ ਗੁਰ ਵਿਚਾਰ। ਜੈਨੀ ਹੋਣਾ ਇੱਕ ਵਿਚਾਰ ਹੈ, ਬੋਧੀ ਹੋਣਾ ਇੱਕ ਵਿਚਾਰ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਸਿੱਖ ਹੋਣਾ ਵੀ ਇੱਕ ਵਿਚਾਰ ਹੈ। ਜੇ ਕਿਸੇ ਦੇ ਵਿਚਾਰ ਨੇਕ ਨੇ, ਸੋਭਨੀਕ ਨੇ, ਤਾਂ ਮਨੁੱਖ ਸਿੱਖ ਹੈ, ਵਰਨਾ
ਪਹਿਰਾਵਾ ਇਕੱਲਾ ਪਾਉਣ ਦੇ ਨਾਲ ਕੋਈ ਸਿੱਖ ਨਹੀਂ ਹੈ। ਉਸ ਦੇ ਨੇਕ ਵਿਚਾਰ ਹੋਵਨ, ਔਰ ਨੇਕ ਵਿਚਾਰ ਧਾਰਾ ਤੋਂ ਹੀ ਉਸ ਦੇ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਨੇਕ ਪੁਰਖ ਦੇ ਆਖੇ ਲੱਗਿਆ ਹੈ, ਇਸ ਦੇ ਵਿਚਾਰ ਬਦਲੇ ਨੇ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਹੁਕਮ ਕਰਦੇ ਨੇ ਬੰਦੇ ਨੂੰ ਜ਼ਿੰਦਗੀ ਜਿਉਣ ਦਾ, ਜਦ ਮਨੁੱਖ ਉਸ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਜਿਉਂਦਾ ਨਾ, ਅਤੇ ਸਮਾਜ ਨੂੰ ਅਕਸਰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਜੋ ਹੁਕਮ ਪਰਮਾਤਮਾ ਨੇ ਕੀਤਾ, ਉਹਦੇ ਹੁਕਮ ਦੇ ਅਨੁਸਾਰ ਇਹ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇਹ ਉਸ ਦੇ ਹੁਕਮ ਦੇ ਅੰਦਰ ਚੱਲ ਰਿਹਾ ਹੈ। ਜੋ ਗੁਰਬਾਣੀ ਕਹਿ ਰਹੀ ਹੈ ਉਹੀ ਬੋਲ ਰਿਹਾ ਹੈ। ਔਰ ਇਸ ਮਨੁੱਖ ਦੀ ਵਿਚਾਰ ਦੇ ਵਿੱਚ ਜਦ ਗੁਰੂ ਆ ਜਾਵੇ, ਉਸ ਵਕਤ ਇਹਦਾ ਜਿਹੜਾ ਜਨਮ ਹੈ ਗੁਰੂ ਦੇ ਘਰੇ ਹੋ ਜਾਂਦਾ ਹੈ। ਸਿੱਖ ਦੇ ਘਰੇ ਕੋਈ ਜਨਮ ਲੈ ਕੇ ਬੱਚਾ ਸਿੱਖ ਨਹੀਂ ਹੈ, ਗੁਰੂ ਦੇ ਘਰੇ ਜਨਮ ਲੈ ਕੇ ਸਿੱਖ ਬਣਦਾ ਹੈ। ਤੋ ਇਹਨਾਂ ਦੇ ਸਤਿਗੁਰੂ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇੱਕ ਵਿਚਾਰ ਹੋਣੀ ਸਾਰੇ ਦੇ ਸਾਰੇ ਜੀਵਨ ਦਾ ਮੇਨ ਪੁਆਇੰਟ ਹੈ। ਵਿਚਾਰ ਕਿ ਮਨੁੱਖ ਦੇ ਵਿਚਾਰ ਕੀ ਨੇ। ਅੱਜ ਕਿਸੇ ਹੋਰ ਧਰਮ ਦੇ ਵਿੱਚ ਹੈ, ਕੱਲ੍ਹ ਨੂੰ ਕਿਸੇ ਹੋਰ ਧਰਮ ਵਿੱਚ ਹੋਊਗਾ, ਸਰੀਰ ਨਹੀਂ ਬਦਲੇਗਾ, ਇਹਦੇ ਵਿਚਾਰ ਬਦਲ ਜਾਣਗੇ। ਇੱਕੋ ਵਕਤ ਮਨੁੱਖ ਸੰਗਤ ਕਰ ਰਿਹਾ ਹੈ, ਸੰਗਤ ਕਰਨ ਤੋਂ ਬਾਅਦ ਕੁਸੰਗਤ ਦੇ ਵਿੱਚ ਚਲਿਆ ਗਿਆ, ਕੀ ਬਦਲ ਗਿਆ? ਇਸ ਦੇ ਵਿਚਾਰ ਬਦਲ ਗਏ ਨੇ। ਸਾਰੇ ਦੇ ਸਾਰੇ ਜੀਵਨ ਦਾ ਜਿਹੜਾ ਮੇਨ ਪੁਆਇੰਟ ਹੈ ਉਹ ਮਨੁੱਖ ਦੀ ਵਿਚਾਰ 'ਤੇ ਖੜ੍ਹਾ ਹੈ ਕਿ ਮਨੁੱਖ ਦੀ ਵਿਚਾਰਧਾਰਾ ਕੀ ਹੈ। ਕੇਵਲ ਇਸੇ 'ਤੇ ਸਾਰਾ ਜੀਵਨ ਖੜ੍ਹਾ ਹੈ। ਤੋ ਵਿਚਾਰ ਕੀ ਨੇ? ਇੱਕ ਕਾਤਲ ਦਾ ਵਿਚਾਰ ਕੀ ਹੈ, ਇੱਕ ਡਾਕਟਰ ਦਾ ਵਿਚਾਰ ਕੀ ਹੈ। ਇਹਨਾਂ ਦੋਨਾਂ ਦੇ ਇਰਾਦਿਆਂ ਦੇ ਵਿੱਚ ਬਹੁਤ ਵੱਡਾ ਫਰਕ ਹੈ। ਜ਼ਿੰਦਗੀ ਨੂੰ ਬਚਾ ਰਿਹਾ ਸੀ ਡਾਕਟਰ, ਨਹੀਂ ਬਚੀ। ਜ਼ਿੰਦਗੀ ਨੂੰ ਖਤਮ ਕਰ ਰਿਹਾ ਸੀ ਕਾਤਲ, ਨਹੀਂ ਹੋਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਸਾਨੂੰ ਤਲਵਾਰ ਚੁੱਕਣ ਦਾ ਕੋਈ ਸ਼ੌਂਕ ਨਹੀਂ ਸੀ, ਸ਼ੌਂਕ ਨਹੀਂ ਸੀ। ਜਿਸ ਤਰ੍ਹਾਂ ਡਾਕਟਰ ਸਰੀਰ ਦੇ ਵਿੱਚੋਂ ਰਾਧ ਕੱਢਣ ਵਾਸਤੇ ਛੁਰਾ ਚਲਾਉਂਦਾ ਹੈ ਨਾ, ਇਸੇ ਤਰ੍ਹਾਂ ਹੀ ਬਹੁਤ ਮਨੁੱਖਾਂ ਦੇ ਜੀਵਨ ਦੇ ਵਿੱਚੋਂ ਰਾਧ ਕੱਢਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਨੂੰ ਤਲਵਾਰ ਚਲਾਉਣੀ ਪਈ ਹੈ, ਵਰਨਾ ਕੋਈ ਸ਼ੌਂਕ ਨਹੀਂ ਸੀ ਤਲਵਾਰ ਚੁੱਕਣ ਦਾ। ਇਹਦਾ ਕੋਈ ਸ਼ੌਂਕ ਨਹੀਂ ਸੀ ਕਿ ਤਲਵਾਰ ਚੁੱਕੀਏ, ਪਰ ਕਰਿਆ ਕੀ ਜਾਵੇ ਕਿ ਤਲਵਾਰ ਤੋਂ ਬਗੈਰ ਲਾਸਟ ਜਿਹੜਾ ਹਥਿਆਰ ਸੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਤਲਵਾਰ ਚੁੱਕਣੀ ਹੀ ਜਾਇਜ਼ ਸਮਝਿਆ ਜਾਂਦਾ ਹੈ। ਐਲਾਨੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਹੈ ਕਿ ਜਦ ਜ਼ੁਲਮ ਹੱਦ ਤੋਂ ਵੱਧ ਹੋ ਜੇ ਫਿਰ ਤਲਵਾਰ ਚੁੱਕਣੀ ਤੁਹਾਡੀ ਜਾਇਜ਼ ਬਣਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਆਪਣੀ ਕਲਮ ਦੇ ਨਾਲ ਸਭ ਕੁਝ ਲਿਖਤੀ ਰੂਪ ਕਰਕੇ ਦੇ ਕੇ ਗਏ ਨੇ ਆਉਣ ਵਾਲੇ ਆਪਣੇ ਸਿੱਖ ਕੌਮ ਨੂੰ। ਜਿੱਥੇ ਤੁਸੀਂ ਸੰਤ ਬਣਨਾ ਉੱਥੇ ਨਾਲ ਸਿਪਾਹੀ ਵੀ ਬਣਨਾ ਹੈ, ਕਿਉਂਕਿ ਕਲਮ ਦੇ ਧਨੀ ਸੀ ਜਿਹੜੇ, ਉਹਨਾਂ ਨੇ ਬੜਾ ਕੁਝ ਲਿਖਿਆ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਜਿਹੜੇ ਸਨ ਉਹਨਾਂ ਦੇ ਕੋਲ ਦਰਵੇਸ਼ ਨਹੀਂ ਸੀ, ਦਰਵੇਸ਼ੀ ਨਹੀਂ ਸੀ ਉਹਨਾਂ ਦੇ ਕੋਲ।
क्योंकि बादशाही की खातर दरवेशपुणा छड्डिया जांदा सी। ਜਿਹੜੇ दरवेश हो गए उन्होंने अपना बादशाहपुणा छड्ड दिता है। दोनों दे विचों एक वस्तु हर एक दे हिस्से विच आई है, जां ते मनुख बादशाह हुंदा सी जां दरवेश हुंदा सी। लिखारी लिखते हैं कि गुरु गोबिंद सिंह महाराज जियां नूं जद बड़ा नज़दीक तो देखा गया, इन्हां दे कोल बादशाही सी भी और ये दरवेश भी बड़े सन, संत भी बड़े सन ते सिपाही भी बड़े सन। संत नाम सिमरन बंदगी करना, 10 लाख फौज मगर लगी सी, सरसा दे कंढे पुजे ने, अमृत वेला हो गया तो गुरु गोबिंद सिंह महाराज जी कहते आसा दी वार दा कीर्तन करना है। संतपना, संत शब्द सिपाही। पुरातन समयां दे विच जदों कोई सिमरन बंदगी करन बैठदा ना, बहुत सारे तमाशगिरी लोग ढोल बजा के ते उन्हां दे कोल उच्ची उच्ची सी जिहड़ा नचना गाउणा शुरू कर दिंदे, सिमरन बंदगी किसी नूं कर नहीं दिंदे सन। दशरथ दे कोल भी आया सी एक संत, कहन लगे जी जद मैं सिमरन बंदगी दे विच बैठदा, ਇਹ ਜਿਹੜੇ दुष्ट लोग ने सिमरन बंदगी नहीं कर दिंदे, उच्ची उच्ची बोलना शुरू कर दिंदे ने, तुसीं फौजां भेजो तो फौज मेरे 4 चफेरे पहरा देवेगी तो मैं फिर नाम जपांगा। तो हाथ जोड़ के दशरथ नूं बेनती कीती सी, जिथे फौज भेजनी है उन्हां दे नाल तुसीं राम जीआं नूं भी जरूर भेजना। पहरे लगवा के फिर सिमरन बंदगी करनी पैंदी सी। तो गुरु गोबिंद सिंह जी महाराज कहन लगे, कहंदे तैनों संत बनाया सिमरन कर। सिमरन गुरु गोबिंद सिंह जी महाराज जियां दा 4 युग की तपस्या ते हेमकुंड साहिब दी है गुरु गोबिंद सिंह महाराज जियां दी। 32 युगां की तपस्या सचखंड श्री हजूर साहिब दे विच गुरु साहिब जी महाराज जी ने अपने पिछले जन्म दे विच कीती है। तो ये आपां समय समय दे नाल अगाहां विचार करते चलांगे। संत बनाया कि बिल्कुल अडोल बैठ के सिमरन बंदगी कर। संत दे नाल तैनूं सिपाही भी बनाया है। कोई एक वारे तैनूं सिमरन बंदगी करन तो रोकदा है ते कोई गल नहीं, अनजान समझ के छड्ड देवीं। दूजी वार कोई तैनूं सिमरन बंदगी करन तो रोकदा है, उहनूं टोक देवीं। जे तीजी बार तेरे हत्थ दे विचों माला पकड़दा है, तेरे हत्थ दे विचों गुटका पकड़दा है, गुरु गोबिंद सिंह महाराज कहंदे उहदे दोने हत्थ वड्ढ के सुੱਟ देवीं। सिपाही भी बन। एक बारी नहीं, अनजान पुणे च छड्डना है, दूसरी बार समझाउणा है, तीसरी बार कोई हल नहीं है। गुरु गोबिंद सिंह जी महाराज ने जिथे संत पैदा किए ने उत्थे नाल नाल सिपाही भी पैदा किए ने। जद मौके की सरकार कोई जबर ते जुल्म करती है, उस दे विरुद्ध तो टक्कर लैण वास्ते तैयार रही। संत भी है, सिपाही भी बन जानी। तैनूं संत भी बनाया, तैनूं सिपाही भी बनाया। गुरु गोबिंद सिंह जी महाराज कहंदे तैनूं बादशाह भी बनाया, तैनूं दरवेश भी बनाया। बादशाह वाली
ਬਾਦਸ਼ਾਹ ਬਣ ਕੇ ਰਹਿ। ਜੇ ਸਾਰਾ ਦਿਨ ਬਾਦਸ਼ਾਹ ਦੀ ਤਰ੍ਹਾਂ ਬਤੀਤ ਕਰਨਾ ਹੋਵੇ, ਅੰਮ੍ਰਿਤ ਵੇਲੇ ਗੁਰੂ ਦੇ ਅੱਗੇ ਭਿਖਾਰੀ ਬਣ ਜਾ ਕਰ। ਸਾਰੀ ਜ਼ਿੰਦਗੀ ਸਾਰਾ ਦਿਨ ਬਾਦਸ਼ਾਹ ਵਰਗਾ ਨਿਕਲਿਆ ਕਰੇਗਾ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜਿੱਥੇ ਸੰਤ ਬਣਾਇਆ ਉੱਥੇ ਸਿਪਾਹੀ ਬਣ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਜਿਹੜਾ ਤਲਵਾਰ ਚੁੱਕਣ ਦਾ ਇਰਾਦਾ ਸੀ, ਉਹ ਇਹ ਸੀ ਕਿ ਜਿਹੜੇ ਮਨੁੱਖ ਦੇ ਜੀਵਨ ਦੇ ਅੰਦਰ ਬਹੁਤੀ ਰਾਧ ਪਈ ਹੋਈ ਹੈ ਉਹਨੂੰ ਕੱਢਣਾ। ਕਿਸੇ ਨੂੰ ਖਤਮ ਕਰਨ ਦੇ ਇਰਾਦੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਨਹੀਂ ਚੁੱਕੀ ਸੀ, ਜਾਂ ਜਰ ਜੋਰੂ ਤੇ ਜ਼ਮੀਨ ਦੀ ਖਾਤਰ ਲੜਨ ਵਾਸਤੇ ਤਲਵਾਰ ਨਹੀਂ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਇਤਿਹਾਸਕਾਰਾਂ ਨੇ ਲਿਖਿਆ, ਜਰ ਜੋਰੂ ਅਤੇ ਜ਼ਮੀਨ ਖਾਤਰ ਬੜੇ ਲੜਦੇ ਦੇਖੇ ਨੇ, ਪਰ ਇਹਨਾਂ ਦੀ ਨਾ ਜਰ ਪਿੱਛੇ, ਨਾ ਜੋਰੂ ਪਿੱਛੇ, ਨਾ ਜ਼ਮੀਨ ਪਿੱਛੇ ਕੋਈ ਲੜਾਈ ਨਹੀਂ। ਇਹਨਾਂ ਦੀ ਲੜਾਈ ਹੈ ਦੀਨ ਖਾਤਰ, ਗਰੀਬ ਖਾਤਰ, ਗਰੀਬ ਦੀ ਰੱਖਿਆ ਕਰਨ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਇਤਨੇ ਵੱਡੇ ਸਿਮਰਨ ਬੰਦਗੀ ਕੀਤੀ ਹੈ, ਔਰ ਜਿੰਨਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਆਪਣੇ ਕੋਲ ਸੀ, ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਸਿੱਖ ਨੂੰ ਬਖਸ਼ਿਸ਼ ਕੀਤਾ ਹੋਇਆ ਹੈ। ਜਿੰਨਾ ਕੁਝ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਸੀ, ਔਰ ਨਾਲ ਨਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਹਦਾਇਤ ਕੀਤੀ ਹੈ ਕਿ ਤੂੰ ਇਹ ਜੋ ਗੁਰੂ ਦੀਆਂ ਵਸਤੂਆਂ ਨੇ ਨਾ, ਇਹਨਾਂ ਦੀ ਸਾਂਭ ਸੰਭਾਲ ਬੜੇ ਸੁਚੱਜੇ ਢੰਗ ਦੇ ਨਾਲ ਕਰਨੀ ਹੈ। ਜੀਵਨ ਦੀ ਜਾਂਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਮਨੁੱਖ ਦਾ ਜੀਵਣਾ ਕੀ ਹੈ। ਬਾਦਸ਼ਾਹਾਂ ਵਾਲੀ ਪਦਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸੰਤ ਵਾਲੀ ਪਦਵੀ ਦਿੱਤੀ ਹੈ। ਸਿਪਾਹੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਇਹਨਾਂ ਨੂੰ ਆਪਣੇ ਪਿਆਰਿਆਂ ਨੂੰ ਬਣਾਇਆ ਹੈ। ਉਹ ਗੱਲ ਵੱਖਰੀ ਹੈ ਵੀ ਜਿਹੜੇ ਅਜੋਕੇ ਸਮੇਂ ਦੇ ਸੰਤ ਸਿਪਾਹੀ ਨੇ, ਇਹਨਾਂ ਵਿਚਾਰਿਆਂ ਨੂੰ ਰਜਾਈਆਂ ਨਹੀਂ ਦੱਬ ਕੇ ਰੱਖ ਲੈ, ਨਿਕਲੇ ਨਹੀਂ ਜਾਂਦਾ ਇਹਨਾਂ ਨੂੰ, ਉਹ ਗੱਲ ਵੱਖਰੀ ਹੈ। ਪਰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਹੈ, ਜਿੰਨਾ ਕੁਝ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਆਪ ਜੀ ਨੇ ਪਹਿਲੇ ਤਪੱਸਿਆ ਕੀਤੀ ਹੈ, ਔਰ ਨਾਲ ਨਾਲ ਹਰ ਇੱਕ ਨੂੰ ਇਹ ਹਦਾਇਤ ਕੀਤੀ ਹੈ ਕਿ ਤੁਸੀਂ ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ। ਅਸਲੀਅਤ ਜਿਹੜੀ ਸਿੱਖ ਦੀ ਪਰਿਭਾਸ਼ਾ ਹੈ ਨਾ, ਇਹ ਸਿਮਰਨ ਅਤੇ ਬੰਦਗੀ ਇੰਝ ਕਹਿ ਲਓ ਕਿ ਬਾਕੀ ਸਾਰੀਆਂ ਟਹਿਣੀਆਂ ਨੇ, ਬੂਟਾ ਹੈ, ਫੁੱਲ ਫਲ ਲੱਗੇ ਨੇ। ਅਸਲੀਅਤ ਜੜ ਹੈ ਜਿਹੜੀ, ਇਹ ਸਿਮਰਨ ਬੰਦਗੀ ਹੈ ਮਨੁੱਖ ਦੀ, ਕਿ ਜਿਨ੍ਹਾਂ ਦੇ ਕੋਲ ਸਿਮਰਨ ਬੰਦਗੀ ਹੈ, ਜੜ ਲੱਗ ਗਈ, ਉਹਨੂੰ ਟਹਿਣੀਆਂ ਵੀ ਲੱਗਣਗੀਆਂ, ਫਲ ਫੁੱਲ ਵੀ ਲੱਗਣਗੇ। ਪਰ ਮਨੁੱਖ ਨੇ ਕੀ ਕੀਤਾ ਹੈ? ਮਨੁੱਖ ਚਾਹੁੰਦਾ ਕਿ ਟਹਿਣੀਆਂ ਲੱਗੀਆਂ ਰਹਿਣ, ਫਲ ਫੁੱਲ ਲੱਗੇ ਰਹਿਣ, ਸਾਰਾ ਦਰਖਤ ਹਰਿਆ ਭਰਿਆ ਰਹੇ, ਪਰ ਇਸ ਦੀਆਂ ਜੜ੍ਹਾਂ ਨਾ ਹੋਣ। ਤੇ ਜੜ੍ਹਾਂ ਤੋਂ ਬਿਨਾਂ ਦਰਖਤ ਦਾ ਕੀ ਹਾਲ ਹੁੰਦਾ ਹੈ? 2 ਪਲ ਦੇ ਵਿੱਚ ਹੀ ਸੁੱਕ ਜਾਂਦਾ ਹੈ, ਨਹੀਂ ਰਹੇਗਾ। ਜਿਹੜੀ ਮੇਨ ਗੱਲ ਹੈ, ਇਹ ਜਿਹੜੀ ਜੜ ਹੈ, ਉਹ ਹੈ ਸਿਮਰਨ ਅਤੇ ਬੰਦਗੀ, ਜਿਹੜੀ ਤਕਰੀਬਨ ਸਾਰੀਆਂ ਜ਼ਿੰਦਗੀਆਂ ਦੇ ਵਿੱਚੋਂ ਅਲੋਪ ਹੋ ਚੁੱਕੀ ਹੈ। ਬਹੁਤੀਆਂ ਜ਼ਿੰਦਗੀਆਂ ਐਸੀਆਂ ਹੈਗੀਆਂ ਨੇ ਜਿਹੜੀ ਸਿਮਰਨ ਬੰਦਗੀ ਦੇ ਵਿੱਚ ਨਿਰੰਤਰ ਲਗਾਤਾਰ ਚੱਲਦੀਆਂ ਰਹੀਆਂ ਨੇ। ਦਾਸ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਬੁੱਢਾ ਦਲ ਦੇ ਜਿਸ ਵਕਤ ਮੁਖੀ ਬਾਬਾ ਸੰਤਾ ਸਿੰਘ ਹੁੰਦੇ ਸਨ, ਉਸ ਵਕਤ ਬਹੁਤ ਸਾਰੇ ਸਾਧੂਆਂ ਦੇ ਦਰਸ਼ਨ ਹੋਏ, ਤੇ ਇੱਕ ਸਾਧੂ ਐਸਾ ਸੀ ਜਿਹੜੇ ਆਪਣੇ ਨਿਰੰਤਰ ਹੀ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਸੀ ਆਪਣੇ ਕਮਰੇ ਵਿੱਚ ਬੈਠੇ।
4-5 ਦਿਨਾਂ ਬਾਅਦ ਕਦੇ ਨਿਕਲਦੇ ਸੀ, ਥੋੜ੍ਹੇ ਮੋਟੇ ਛੋਲੇ ਖਾ ਲੈਣੇ, ਪਾਣੀ ਪੀ ਲੈਣਾ, ਫਿਰ ਅੰਦਰ ਚਲੇ ਜਾਣਾ। ਧੰਨ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹਨਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਵੀ ਐਸੇ ਮਹਾਂਪੁਰਖ ਸਨ, ਜਿਹੜੇ ਮਹਾਂਪੁਰਖਾਂ ਦੇ ਬਚਨ ਵੀ ਅਡੋਲ ਸਨ ਅਤੇ ਸਿਮਰਨ ਬੰਦਗੀ ਬੜੀ ਸੀ। ਪੁਰਾਤਨ ਜਿਹੜੇ ਪਰਮਾਤਮਾ ਦੇ ਘਰ ਦੇ ਵਿੱਚ ਰਹਿਣ ਵਾਲੇ ਮਨੁੱਖ ਸਨ, ਉਹਨਾਂ ਦੀਆਂ ਜ਼ਿੰਦਗੀਆਂ ਮੇਨ ਪੁਆਇੰਟ 'ਤੇ ਜੁੜੀਆਂ ਹੋਈਆਂ ਸਨ ਸਿਮਰਨ ਅਤੇ ਬੰਦਗੀ ਦੇ। ਸੋ ਸਿਮਰਨ ਅਤੇ ਜਿਹੜੀ ਬੰਦਗੀ ਹੈ, ਇਹ ਸਭ ਤੋਂ ਮੇਨ ਪੁਆਇੰਟ ਹੈ, ਜੜ ਹੈ। ਜਿਹੜਾ ਜੜ ਤੋਂ ਬਿਨਾਂ ਦਰਖਤ ਹੋਵੇਗਾ, ਉਹਦਾ ਹਾਲ ਕੀ ਹੋਊਗਾ। ਦੁਨੀਆ ਦੇ ਵਿੱਚ ਐਸੀਆਂ ਜ਼ਿੰਦਗੀਆਂ ਕਰੋੜਾਂ ਪਈਆਂ ਨੇ, ਦੁਖੀ ਬੜੇ ਨੇ, ਆਸਾ ਤ੍ਰਿਸ਼ਨਾ ਨੇ ਤੜਫਾ ਰੱਖੇ ਨੇ, ਬੜੀ ਭੱਜ ਦੌੜ ਹੈ, ਬੜਾ ਕੁਛ ਚੱਲ ਰਿਹਾ ਹੈ। ਪਰ ਜਦੋਂ ਮਨੁੱਖ ਸਿਮਰਨ ਅਤੇ ਬੰਦਗੀ ਕਰਦਾ ਹੈ ਤੇ ਇਸ ਮਨੁੱਖ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਬੜੀਆਂ ਗਹਿਰੀਆਂ ਲੱਗ ਜਾਂਦੀਆਂ ਨੇ। ਫਿਰ ਇਹਨੂੰ ਕੋਈ ਡਲਾਉਣ ਵਾਲਾ ਸਮਾਜ ਦੇ ਵਿੱਚ ਪੈਦਾ ਨਹੀਂ ਹੋਇਆ। ਗੁਰੂ ਸਾਹਿਬ ਜੀ ਮਹਾਰਾਜ ਨੇ ਸੰਤ ਦੀ ਪਦਵੀ ਅਤੇ ਸਿਪਾਹੀ ਬਣਾਏ ਹੈ। ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਇਹ ਤਲਵਾਰ ਚੁੱਕੀ ਸੀ ਕਿ ਕਿਸੇ ਦਾ ਰੋਗ ਕੱਟਣ ਵਾਸਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਰਾਦਾ ਨਹੀਂ ਸੀ ਕਿਸੇ ਨੂੰ ਖਤਮ ਕਰਨ ਦਾ। ਤੋ ਇੱਕ ਛੁਰਾ ਕਾਤਲ ਦੇ ਕੋਲ ਹੈ, ਇੱਕ ਛੁਰਾ ਡਾਕਟਰ ਦੇ ਕੋਲ ਹੈ। ਤੋ ਜਿਹੜਾ ਡਾਕਟਰ ਦੇ ਕੋਲ ਛੁਰਾ ਹੈ ਉਹ ਕਿਸੇ ਦਾ ਜੀਵਨ ਬਚਾ ਰਿਹਾ ਹੈ, ਕਾਤਲ ਦਾ ਛੁਰਾ ਕਿਸੇ ਦੇ ਜੀਵਨ ਨੂੰ ਖਤਮ ਕਰ ਰਿਹਾ ਹੈ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਵੈਰ ਹਿਰਦੇ ਦੇ ਨਾਲ ਤਲਵਾਰ ਨਹੀਂ ਚੁੱਕੀ ਸੀ, ਨਿਰਵੈਰ ਹਿਰਦੇ ਦੇ ਨਾਲ ਤਲਵਾਰ ਚੁੱਕੀ ਸੀ। ਕਿਸੇ ਦੇ ਨਾਲ ਵੈਰ ਵਿਰੋਧ ਕਰਕੇ ਤਲਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਚੁੱਕੀ ਸੀ, ਨਿਰਵੈਰ ਹਿਰਦੇ ਦੇ ਨਾਲ। ਕਮਾਲ ਦੀ ਗੱਲ ਹੈ ਕਿ ਵੈਰ ਦੀ ਭਾਵਨਾ ਦੇ ਨਾਲ ਤਾਂ ਕਿਸੇ ਦੇ ਨਾਲ ਲੜਨਾ ਬੜਾ ਆਸਾਨ ਹੈ, ਨਿਰਵੈਰ ਹੋ ਕੇ ਕਿਸੇ ਦੇ ਨਾਲ ਲੜਨਾ ਇਹ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਵਿੱਚ ਆਇਆ, ਹੋਰ ਕਿਸੇ ਦੇ ਇਤਿਹਾਸ ਵਿੱਚ ਨਹੀਂ ਆਇਆ। ਨਿਰਵੈਰ ਹੋ ਕੇ ਕਿਸੇ ਦੇ ਨਾਲ ਜੰਗ ਕਰਨੀ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਿਸੇ ਦੇ ਵੈਰ ਕਰਕੇ ਤਲਵਾਰ ਨਹੀਂ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਹ ਤਲਵਾਰ ਚੁੱਕੀ ਸੀ ਕਿ ਜਿੰਨੀ ਕਿਸੇ ਦੇ ਜੀਵਨ ਦੇ ਅੰਦਰ ਰਾਧ ਹੈ ਉਹਨੂੰ ਕੱਢਿਆ ਜਾਵੇ ਅਤੇ ਕਿਸੇ ਦੇ ਜੀਵਨ ਨੂੰ ਬਚਾਇਆ ਜਾਵੇ। ਤੋ ਬਾਕੀ ਦਾ ਜੋ ਗੁਰੂ ਦਾ ਇਤਿਹਾਸ ਹੈ ਆਪਾਂ ਸਮੇਂ ਸਮੇਂ ਦੇ ਨਾਲ ਸਾਰੀਆਂ ਸੰਗਤਾਂ ਸਰਵਣ ਕਰਾਂਗੇ। ਅੱਜ ਇੱਥੇ ਹੀ ਸਮਾਪਤੀ ਦਾ ਟਾਈਮ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।